खुदा दे जिंदा जलाली बबरकत नाम ਵਿੱਚ ਸਾਰਿਆਂ ਦੀ ਸਲਾਮਤੀ ਹੋਵੇ। मैं पास्टर लखवीर, चीफ कोऑर्डिनेटर इंटरनेशनल शलोक टीवी इंडिया पंजाब, चीज ग्रेस मिनिस्ट्री इंडिया। मेरे वालों सारे रिस्पैक्टेड पास्टर साहबानां नूं, सारे दास दासियां नूं, बेटे बेटियां नूं, भैणां भरावां नूं अज दे नवें दिन दियां ढेर सारियां मुबारकां और गुड मॉर्निंग। और खुदा का शुक्रिया कि एक बार फिर खुदा ने अपने जलाल लिए अपने कामां लिए इस्तेमाल किया। और सानू कई बार तो सुपना भी नहीं होता भी खुदा अज सानू अपने जलाल लिए इस्तेमाल करू। और बहुत बार खुदा चाहता कि असी खुदा दे नाम नू जलाल दईए। और पिछे जो जिन्नी घाट पै चुकी है, 2 महीने सरमन सुनाया ही नहीं, सिक्ख्या ही नहीं खुदा दे कलाम दे विचों। मैनूं लगदा खुदा अज उस घाट नू पूरी करन जा रहा। और खुदा का धन्नवाद आ, खुदा दे कलाम च लिखिया मैं खुश होया जदों मैनूं आखण लगे कि आओ यहोवा दे घर चलीए। जे असीं खुदा दे घर विच आके खुश हां ते असीं खुशी दा इजहार करिए, क्लैपिंग करिए, खुदा दे नाम नूं ताड़ियां बजाइए, खुदा दे नाम नूं जलाल। ਜਿਹੜੇ किथे मजबूरी तो बिना अपना कैमरा खोल सकते आ, खोल के किसी ਜਿਹਨੂੰ मजबूरी नहीं वो कैमरा खोलांगे, क्योंकि सरमन हमेशा वधिया ही हुंदा। और खुदा कुछ वधिया करन दी कुदरत रखदा। हर बार कुछ नवां कर गया है मेरी जिंदगी दे विच। जदों खुदा नवां करदा साडी जिंदगी च, वो नवां बिल्कुल फ्रैश करदा। जे अज दा दिन इक सानूं बख्शिया ਉਹਦੇ ਲਈ ਧੰਨਵਾਦ ਆ। और अपने कैमरे अगर तुसीं खोल सकते हो तुहाडी मर्जी है, नहीं तो किसी नूं कोई जरूरी नहीं है। मैं इन्ना नहीं कंपैल नहीं करूंगा कि नहीं कर खोलने, कोई गल नहीं, वो भी तुहाडी मर्जी है। क्योंकि सानूं खुदा ने जिस दिन बनाया उन्हें बहुत खूबसूरत बनाया। उन्हें कहा बहुत सोहणे आ तुसीं, असीं भी बहुत सोहणे, मैनूं पता। आओ असीं अपनी पवित्र बाइबल नूं खोलांगे। ਉਹਦੇ ਵਿੱਚੋਂ संत मत्ती दी अंजील ਉਹਦਾ 22 ਨੰਬਰ ਅਧਿਆਏ ਉਹਦੀ 37 ਨੰਬਰ ਆਇਤ ਨੂੰ ਦੇਖਾਂਗੇ। ਮੱਤੀ ਦੀ ਅੰਜੀਲ ਉਹਦਾ 22 ਨੰਬਰ ਅਧਿਆਏ ਨੰਬਰ 22 ਵਰਸ ਨੰਬਰ 27। ਜਿਹਨੂੰ ਵੀ ਮਿਲਦਾ ਅਸੀਂ ਪੜਾਂਗੇ ਖੁਦਾ ਦੇ ਕਲਾਮ ਦੇ ਵਿੱਚੋਂ। ਅੱਜ ਖੁਦਾ ਸਾਡੇ ਨਾਲ ਕੀ ਗੱਲਬਾਤ ਕਰਨ ਵਾਲੇ ਨੇ। ਸੱਚਮੁੱਚ ਜਦੋਂ ਖੁਦਾ ਬੋਲਦਾ 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 ਮੇਰਾ ਯीशु ਬੋਲਦਾ, ਕੁਝ ਵਧੀਆ ਹੀ ਬੋਲਦਾ। ਦੇਖਾਂਗੇ ਖੁਦਾ मत्ती की इंजील उसका 22 बाब और 27 आयत में यूं लिखा है। सॉरी 37 37 आयत। अच्छा, 37 आयत में यूं लिखा है, उसने उससे कहा कि खुदावंद अपने खुदा से अपने सारे दिल और अपनी सारी जान और अपनी सारी अक्ल से मोहब्बत रख। खुदावंद के कलाम के पढ़े और सुने जाने पर खुदावंद की खास बरकत हो। आमीन आमीन। थैंक यू सिस्टर, खुदा ਤੁਹਾਨੂੰ ਵੱਡੀ ਆਸ਼ੀਸ਼ ਤੇ ਬਰਕਤ ਦੇਵੇ। ਅੱਜ ਸਿਸਟਰ ਨੇ ਬਹੁਤ ਖੂਬਸੂਰਤ ਪੜਿਆ। ਔਰ ਸਭ ਤੋਂ ਪਹਿਲਾਂ ਸਾਡੇ ਰਿਸਪੈਕਟਡ ਪਾਸਟਰ ਸਾਹਿਬ ਨੇ ਸਾਡੇ ਲਈ ਦੁਆ ਕੀਤੀ। ਔਰ ਮੈਂ ਧੰਨਵਾਦ ਕਰਦਾ ਸਾਰਿਆਂ ਦਾ। ਔਰ ਜਦੋਂ ਅਸੀਂ ਸਿਸਟਰ ਨੇ ਪੜਿਆ ਕਿ ਅਤੇ ਉਹਨੇ ਉਸ ਨੂੰ ਕਿਹਾ ਭਈ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਕੀ ਕਰ ਜੀ, ਪਿਆਰ ਕਰ। अपने खुदा से मोहब्बत रख। ਮੁਹੱਬਤ ਰੱਖ। ਆ ਮੁਹੱਬਤ ਹੈ ਵੀ ਤੁਹਾਡੀ ਤਾਂ ਮੇਰੇ ਨਾਲ ਮੁਹੱਬਤ ਹੀ ਹੈ ਨਹੀਂ। खुदा ਨਾਲ ਤੁਸੀਂ ਮੁਹੱਬਤ ਰੱਖਦੇ ਆ, ਸਾਡੇ ਨਾਲ ਤੁਹਾਡੀ ਮੁਹੱਬਤ ਨਹੀਂ। ਜੇ ਮੁਹੱਬਤ ਹੁੰਦੀ ਤੁਸੀਂ ਕੈਮਰੇ ਖੋਲਦੇ। ਹੁਣ ਤੁਸੀਂ ਦੱਸੋ ਤੁਹਾਡੀ ਮੁਹੱਬਤ ਸਾਡੇ ਨਾਲ ਕਿੰਨੀ ਗਿਆ। ਔਰ ਖੁਦਾ ਦੇ ਨਾਲ ਮੁਹੱਬਤ ਸਾਡੀ ਹੋਣੀ ਚਾਹੀਦੀ ਆ। ਕਿਉਂਕਿ ਅਸੀਂ ਜਿਹੜੀਆਂ ਮੁਹੱਬਤਾਂ ਅੱਜ ਜਿਹੜੀ ਮੁਹੱਬਤ ਹੈ ਸਾਡੀ, ਅੱਜ ਜਿਹੜਾ ਸਾਡਾ ਪਿਆਰ ਆ, ਸਾਡਾ ਇੱਥੇ ਇਸ ਮੁਲਕ ਦਾ ਹੀ ਆ, ਯਾਨੀ ਇਸ ਧਰਤੀ ਦਾ ਹੀ ਆ ਸਾਡਾ। ਜੇ ਸਿਸਟਰ ਸਲੀਮਾ ਨਾਲ ਕੋਈ ਮੈਨੂੰ ਮਤਲਬ ਆ, ਫਿਰ ਅਸੀਂ ਪਿਆਰ ਬਹੁਤ ਰੱਖਣਾ। ਫਿਰ 2 ਵਾਰ 3 ਵਾਰ ਫੋਨ ਕਰਨਾ, ਸਿਸਟਰ ਜੀ ਕਿੱਦਾਂ ਹਾਲ ਚਾਲ ਜੀ, ਠੀਕ ਹੋ ਤੁਸੀਂ, ਬੱਚੇ ਠੀਕ ਆ, ਫਲਾਨਾ ਠੀਕ ਆ, ਧਮਕਾਨਾ ਠੀਕ ਆ। ਜਦੋਂ ਮਤਲਬ ਖਤਮ ਤੇ ਪਿਆਰ ਵੀ ਖਤਮ। ਔਰ ਜੇ ਮੇਰਾ ਪਾਸਟਰ ਸੈਮਸੰਗ ਸਾਹਿਬ ਨਾਲ
ਪਿਆਰ ਆ, ਉਹਨਾਂ ਤੋਂ ਕੋਈ ਕਲਾਮ ਸਿੱਖਣਾ ਆ, ਕੋਈ ਗੱਲਬਾਤ ਕਰਨੀ ਆ, ਫਿਰ ਇਹਨੂੰ ਬੜਾ ਫੋਨ ਕਰਨਾ, ਪਾਸਟਰ ਜੀ ਕਿੱਦਾਂ, ਠੀਕ ਠਾਕ ਆ, ਸਾਰੀ ਪੁੱਛ ਕੇ ਉਸ ਤੋਂ ਬਾਅਦ ਇੱਥੇ ਕੁਝ ਕਲਾਮ ਦੇ ਬਾਰੇ ਮੈਨੂੰ ਮਾੜਾ ਜਿਹਾ ਸਿਖਾ ਦਿਓ, ਮੈਂ ਅੱਜ ਕਲਾਮ ਦੇਣਾ ਸੀ, ਉਹਦੀਆਂ ਕੁਝ ਆਇਤਾਂ ਹੀ ਦੱਸ ਦਿਓ। ਜੇ ਅੱਜ ਇੱਥੇ ਇਸ ਚੈਨਲ ਦੇ ਉੱਤੇ ਅਸੀਂ ਸਰਮਨ ਸੁਣਾਉਣਾ, ਫਿਰ ਮੈਂ ਪਾਸਟਰ ਤਰਸੇਮ ਸਾਹਿਬ ਨੂੰ ਫੋਨ ਕਰੂੰਗਾ, ਜੀ ਪਾਸਟਰ ਜੀ ਯਾਰ ਕਿੱਦਾਂ, ਠੀਕ ਹੈ, ਬੜੀ ਵਧੀਆ ਚੱਲਦਾ ਪ੍ਰੋਗਰਾਮ, ਵਧੀਆ, ਬਹੁਤ ਵਧੀਆ ਚਲਾਉਂਦੇ ਤੁਸੀਂ, ਐ ਵਧੀਆ ਕਰਦੇ ਆ, ਵਧੀਆ ਕਰਦੇ ਆ, ਔਰ ਉਸ ਤੋਂ ਬਾਅਦ ਚ ਸਾਨੂੰ ਵੀ ਕਿਤੇ ਮੌਕਾ ਦੇ ਦਿਓ, ਹਨਾ। ਪਰ ਖੁਦਾ ਕਹਿੰਦਾ ਇਹ ਦੁਨੀਆਦਾਰੀ ਦੇ ਪਿਆਰ ਬੰਦ ਕਰਕੇ ਨਾ, ਸਾਰੇ ਕੁਛ ਬੰਦ ਕਰਕੇ ਆਪਣਾ ਜਿਹੜਾ ਪਿਆਰ ਆ ਉਹ ਪਰਮੇਸ਼ਰ ਨਾਲ ਰੱਖੋ। ਇਹ ਪਿਆਰ ਦਾ ਆਧਾਰ ਆ। ਜੇ ਪਰਮੇਸ਼ਰ ਨਾਲ ਅਸੀਂ ਪਿਆਰ ਕੀਤਾ, ਔਰ ਤੁਸੀਂ ਸਾਰੇ ਮੈਨੂੰ ਤਾਂ ਪਿਆਰ ਕਰਦੇ ਹੋ, ਉਸ ਤੁਹਾਡੇ ਔਰ ਸਾਡੇ ਉਸ ਪਰਮੇਸ਼ਰ ਦੇ ਪਿਆਰ ਦੀ ਇੱਕ ਮਿਸਾਲ ਆ ਕਿ ਜਿਸ ਦਿਨ ਮੈਂ, ਮੇਰੀ ਵਾਈਫ, ਅਸੀਂ ਹਸਪੀਟਲ ਤੋਂ ਆਏ ਆ ਨਾ, ਡਿਸਚਾਰਜ ਹੋ ਕੇ, ਔਰ ਸਾਰਿਆਂ ਨੇ ਉਹ ਖੁਸ਼ੀ ਦਿਖਾ ਲਈ ਵੀ ਅਸੀਂ ਪਰਮੇਸ਼ਰ ਨੂੰ ਕਿੰਨਾ ਪਿਆਰ ਕਰਦੇ ਆ, ਔਰ ਕੱਲੇ ਕੱਲੇ ਕੋ ਇੰਨੇ ਲਫਾਜ਼ ਸੀਗੇ ਉਹ ਮੁੱਕਦੇ ਹੀ ਨਹੀਂ ਸੀ। ਔਰ ਸਿਰਫ ਮੈਨੂੰ ਲੱਗਦਾ ਇੱਕ ਅਸੀਂ ਗੀਤ ਗਾਇਆ ਸੀ ਉਸ ਦਿਨ, ਇੱਕ ਪ੍ਰਾਸ਼ਿਸ਼ ਕੀਤੀ ਬਸ ਤਿਆਰੀ ਲਈ, ਹੋਰ ਟਾਈਮ ਨਹੀਂ ਲੱਗਿਆ, ਕਿਉਂਕਿ ਹਰ ਇੱਕ ਐਕਸਾਈਟਡ ਸੀਗਾ ਵੀ ਅਸੀਂ ਉਸ ਆਪਣੇ ਪਿਆਰ ਦਾ ਇਜ਼ਹਾਰ ਕਰੀਏ, ਉਸ ਪਿਆਰ ਦਾ ਗੱਲਬਾਤ ਕਰੀਏ ਕਿ ਖੁਦਾ ਨੇ, ਅਸੀਂ ਖੁਦਾ ਨਾਲ ਪਿਆਰ ਕਰਦੇ, ਔਰ ਖੁਦਾ ਨੇ ਸਾਡੇ ਨਾਲ ਵੀ ਪਿਆਰ ਕੀਤਾ, ਔਰ ਸਾਡੀ ਮੇਰੀ ਬੇਗਮ ਨੂੰ ਖੁਦਾ ਸਹੀ ਸਲਾਮਤ ਘਰ ਲੈ ਕੇ ਆਇਆ। ਅਸੀਂ ਪਿਆਰ ਦਿਖਾ ਲਿਆ ਲੋਕਾਂ ਦੇ ਵਿੱਚ, ਅਸੀਂ ਪਿਆਰ ਦਿਖਾ ਲਿਆ ਖੁਦਾਵੰਦ ਨੂੰ, ਅਸੀਂ ਇਜ਼ਹਾਰ ਕੀਤਾ, ਅਸੀਂ ਆਪਣੇ ਪਿਆਰ ਦਾ ਇਕਰਾਰ ਕੀਤਾ ਵੀ ਅਸੀਂ ਪਿਆਰ ਆ ਸਾਡਾ ਆਪਸ ਵਿੱਚ। ਬਹੁਤ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ ਸੀ, ਔਰ ਇਹ ਜਿਹੜੀ ਖੁਸ਼ੀ ਆ ਸਾਡੀ ਪਰਮੇਸ਼ਰ ਦੇ ਲਈ ਵੀ ਹੋਣੀ ਚਾਹੀਦੀ ਆ। ਅਸੀਂ ਪਰਮੇਸ਼ਰ ਨੂੰ ਇੰਨਾ ਹੀ ਪਿਆਰ ਕਰਦੇ ਹੋਣਾ ਚਾਹੀਦਾ ਵੀ ਅਸੀਂ ਸਾਰਾ ਜਿਹੜਾ ਪਿਆਰ ਆ ਸਾਡਾ, ਕਹਿੰਦਾ ਤੂੰ ਆਪਣੇ, ਉਹ ਕਿਹਾ ਕਿ ਤੂੰ ਆਪਣੇ ਪਰਮੇਸ਼ਰ ਨੂੰ ਸਾਰੇ ਦਿਲ ਨਾਲ, ਅਸੀਂ ਦਿਲ ਨਾਲ ਪਿਆਰ ਕਿਹਨੂੰ ਕਰਦੇ ਆ, ਸਾਰੇ ਦਿਲ ਨਾਲ। ਅੱਜ ਅਸੀਂ ਦਿਲ ਨਾਲ ਪਿਆਰ ਕਿਹਨੂੰ ਕਰਦੇ ਆ, ਸੱਚ ਦੱਸੋ ਜਿਹੜੇ ਪਰਮੇਸ਼ਰ ਨੂੰ ਦਿਲ ਨਾਲ ਪਿਆਰ ਕਰਦੇ। ਅੱਜ ਸਾਡੇ ਦਿਲ ਦੇ ਵਿੱਚ ਇੱਕ ਸੰਤਰਾ ਦੇਖਿਆ ਕਿ ਸੰਤਰਾ ਸਾਰਿਆਂ ਨੇ ਦੇਖਿਆ ਹੋਣਾ, ਸੰਤਰੇ ਤੋਂ ਸਾਰੇ ਵਾਕਿਫ ਆ। ਸੰਗਤ ਨੂੰ ਜਦ ਆਪਾਂ ਖੋਲਦੇ ਨਾ, ਉਹਦੇ ਉੱਤੇ ਏਦਾਂ ਅਲੱਗ-ਅਲੱਗ ਫਾੜੀਆਂ ਹੁੰਦੀਆਂ, ਏਦਾਂ ਵੱਖਰੀਆਂ। ਅੱਜ ਖੁਦਾ ਕੁਛ ਨਵਾਂ ਹੀ ਕਰਨੇ ਨੂੰ ਫਿਰਦਾ। ਅੱਜ ਉਹਦੇ ਵਿੱਚ ਇੱਕ ਫਾੜੀਆਂ ਹੁੰਦੀਆਂ ਵੱਖਰੀਆਂ। ਅਸੀਂ ਇੱਕ ਫਾੜੀ ਕੱਢ ਕੇ ਸ਼ਲੋਕ ਨੂੰ ਦਿੰਦੇ ਆ, ਉਹ ਚ ਇੱਕ ਫਾੜੀ ਕੱਢ ਕੇ ਅੰਮੀ ਨੂੰ ਦਿੰਦੇ ਆ, ਇੱਕ ਫਾੜੀ ਕੱਢ ਕੇ ਨਜ਼ਮਾ ਨੂੰ ਦਿੰਦੇ ਆ, ਇੱਕ ਫਾੜੀ ਕੱਢ ਕੇ ਛੋਟੀ ਨੂੰ ਦਿੰਦੇ ਆ। ਉਹਦੇ ਵਿੱਚ ਕੁਛ ਆਪਣੇ ਲਈ ਰੱਖ ਲਿਆ, ਕੁਛ ਹੋਰ ਹੀ ਹੋਇਆ ਹੁੰਦਾ ਉਹਨੂੰ ਵੀ ਕੱਢ ਕੇ ਦਿੰਦੇ। ਸੇਮ ਸਾਡੇ ਦਿਲ ਦੀ ਕੰਡੀਸ਼ਨ ਹੈ ਇਹ। ਸਾਡੇ ਦਿਲ ਦੇ ਵਿੱਚ ਆ ਫਲਾਣੇ ਲਈ ਪਿਆਰ ਆ, ਇਹਦੇ ਲਈ ਪਿਆਰ ਆ, ਇਹਦੇ ਲਈ ਪਿਆਰ ਆ, ਇਹਦੇ ਲਈ ਪਿਆਰ ਆ। ਅੱਛਾ, ਆਪਾਂ ਕਿਸੇ ਨਾਲ ਗੱਲ ਕਰਦੇ ਆ, ਉਹ ਕਹਿੰਦਾ ਮੈਂ ਤਾਂ ਤੈਨੂੰ ਬਹੁਤ ਪਿਆਰ ਕਰਦਾ, ਲੈ ਮੇਰਾ ਪੁੱਤ ਮੈਂ ਤਾਂ ਤੈਨੂੰ ਬਹੁਤ ਪਿਆਰ ਕਰਦੀ, ਮੈਂ ਤੈਨੂੰ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਪਿਆਰ ਕਰਦੀ ਹਾਂ, ਹਨਾ। ਫਿਰ ਖੁਦਾ ਦਾ ਪਿਆਰ ਕਿੱਥੇ ਆ? ਖੁਦਾ ਦਾ ਕਹਿੰਦਾ ਤੁਸੀਂ ਆਪਣੀ ਪੂਰੀ ਬਹੁਤ ਆਪਣੀ ਜਾਨ ਨਾਲ ਮੈਨੂੰ ਪਿਆਰ ਕਰੋ। ਅਸੀਂ ਤਾਂ ਤੈਨੂੰ ਬਹੁਤ ਦਿਲੋਂ ਪਿਆਰ ਕਰਦੇ ਆ। ਫਿਰ ਖੁਦਾ ਕਹਿੰਦਾ ਤੁਸੀਂ ਆਪਣੇ ਦਿਲੋਂ ਮੈਨੂੰ ਪਿਆਰ ਕਰੋ। ਆਪਾਂ ਇੰਨਾ ਅਸੀਂ ਤੈਨੂੰ ਪਿਆਰ ਕਰਦੇ ਆ, ਤੁਹਾਡੇ ਲਈ ਜਾਨ ਦੇ ਦੇਵਾਂਗੇ, ਹਨਾ। ਅਸੀਂ ਸਾਰੇ ਇਹ ਡਾਇਲੌਗ ਬਹੁਤ ਪੱਕਾ ਮਸ਼ਹੂਰ ਆ, ਲੈ ਅਸੀਂ ਤਾਂ ਤੁਹਾਡੇ ਪਿਆਰ ਦੀ ਖਾਤਰ ਜਾਨ ਦੇ ਦੇਵਾਂਗੇ। ਉਹ ਭਾਈ ਪਿਆਰ ਦੀ ਖਾਤਰ ਜਾਨ ਨਹੀਂ, ਉਹ ਜਿਹੜਾ ਤੁਹਾਨੂੰ ਉਸ ਜਾਨ ਦੇ ਬਦਲੇ ਕੁਝ ਦੇਣਾ ਚਾਹੁੰਦਾ ਜਾਨ, ਉਹਨੂੰ ਕਹੋ ਖੁਦਾ ਅਸੀਂ ਤੈਨੂੰ ਅਸੀਂ ਦੇ ਦਾਂਗੇ। ਅਸੀਂ ਇਦਾਂ ਨਹੀਂ ਕਹਿੰਦੇ ਅਸੀਂ ਤੈਨੂੰ ਸਮਾਂ ਦੇ ਦੇਵਾਂਗੇ, ਅਸੀਂ ਜ਼ਿੰਦਗੀ ਦੇ ਦੇਵਾਂਗੇ। ਜਾਨ ਦੇਣ ਨੂੰ ਫਿਰਦੇ ਆ ਅਸੀਂ, ਉਹਦੇ ਲਈ ਮਰਨੇ ਨੂੰ ਤਿਆਰ ਆ, ਉਹਦੇ ਲਈ ਜੀਣ ਨੂੰ ਤਿਆਰ ਨਹੀਂ। ਜਿਹੜਾ ਖੁਦਾ ਸਾਨੂੰ ਜ਼ਿੰਦਗੀ ਦੇਣੀ ਚਾਹੁੰਦਾ, ਅਸੀਂ ਮਰਨੇ ਨੂੰ ਤਿਆਰ ਆ, ਪਰ ਉਹ ਸਾਨੂੰ ਜ਼ਿੰਦਗੀ ਦੇਣੀ ਚਾਹੁੰਦਾ। ਅਸੀਂ ਆਪਣੇ ਖੁਦਾ ਨੂੰ, ਖੁਦਾ ਕਹਿੰਦਾ ਆਪਣੇ ਪੂਰੇ ਦਿਲ ਨਾਲ, ਪੂਰੀ ਜਾਨ ਨਾਲ, ਪੂਰੀ ਤਾਕਤ ਨਾਲ, ਯਾਨੀ ਬੁੱਧ ਨਾਲ ਪਿਆਰ ਕਰ। ਔਰ ਸਾਡਾ ਪਿਆਰ ਇਸ ਸੰਗਤਰੇ ਦੇ ਵਾਂਗੂ, ਅਸੀਂ ਕਦੇ ਕਿਸੇ ਨੂੰ ਕਹਿੰਦੇ ਤੇਰੇ ਨਾਲ ਪਿਆਰ ਆ, ਅਸੀਂ ਤੇਰੇ ਨਾਲ ਪਿਆਰ ਆ, ਸਾਡਾ ਤੇਰੇ ਨਾਲ ਪਿਆਰ ਆ, ਸਾਡਾ ਪਿਆਰ ਖਿਲ ਰਿਹਾ ਫਿਰਦਾ। ਪਰ ਸਾਡਾ ਜਿਹੜਾ ਪਿਆਰ ਆ, ਪਹਿਲਾ ਪਿਆਰ ਆ, ਅਸੀਂ ਕਈ ਵਾਰੀ, ਮੈਂ ਕਈਆਂ ਦੇ ਸਟੇਜ ਤੇ ਲਿਖ ਜਾਂਦੇ ਆ ਮਾਈ ਫਾਸਟ ਲਵ, ਮੇਰੀ ਅੰਮੀ ਮੇਰਾ ਫਾਸਟ ਲਵ, ਮੇਰਾ ਫਾਦਰ ਮੇਰਾ ਫਾਸਟ ਲਵ, ਮੇਰੀ ਬ੍ਰਦਰ ਮੇਰੀ ਸਿਸਟਰ ਮੇਰਾ ਫਾਸਟ ਲਵ ਆ। ਫਿਰ ਆ ਜਿਹੜਾ ਜਿਹਨੂੰ ਚਾਹੀਦਾ ਫਾਸਟ ਲਵ, ਉਹ ਕਿੱਥੇ ਚਲ ਗਿਆ? ਉਹ ਕੀ ਕਹਿੰਦਾ ਸਾਨੂੰ? ਉਹ ਭਰਾਵੋ ਮੇਰੇ ਜੀਜੋ, ਖੁਦਾ ਕੀ ਕਹਿੰਦਾ ਸਾਨੂੰ? ਔਰ ਖੁਦਾ ਦਾ ਦਾਸ ਸੰਤ ਮੱਤੀ ਰਸੂਲ ਸਾਨੂੰ ਸਾਫ਼ ਕਹਿੰਦਾ ਅਤੇ ਉਸਨੇ ਕਿਹਾ
ਤੂੰ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਤੇ ਆਪਣੀ ਸਾਰੀ ਬੁੱਧ ਨਾਲ ਕੀ ਕਰ ਜੀ? ਪਿਆਰ ਕਰ, ਮੁਹੱਬਤ ਕਰ। ਅੱਜ ਜਿਹੜੀ ਸਾਡੀ ਮੁਹੱਬਤ ਹੈ ਉਹ ਖਿਲਰੀ ਫਿਰਦੀ ਆ। ਬਹੁਤ ਸਾਰੇ ਬੇਟੇ ਬੇਟੀਆਂ ਅੱਜ ਦੇ ਜ਼ਮਾਨੇ ਦੇ ਵਿੱਚ, ਅੱਜ ਜਿਹੜੇ ਜਿਸ ਸਮੇਂ 'ਚ ਅਸੀਂ ਚੱਲਦੇ ਹਾਂ, ਬਹੁਤ ਰੌਲਾ ਰੱਪਾ। ਅਸੀਂ ਇੱਕ ਦੁਨਿਆਵੀ ਪਿਆਰ ਬਾਰੇ ਵੀ ਥੋੜਾ ਜਿਹਾ ਆਪਾਂ ਟੱਚ ਕਰਕੇ ਚੱਲਦੇ ਹਾਂ। ਮਾਂ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਕਰਦੀ ਆ। ਪਹਿਲੀ ਗੱਲ, ਜਿਸ ਦਿਨ ਪਰਮੇਸ਼ਰ ਇੱਕ ਬੱਚੇ ਨੂੰ ਮਾਂ ਦੇ ਪੇਟ ਵਿੱਚ ਕ੍ਰੈਡੀਏਟ ਕਰਨਾ ਸ਼ੁਰੂ ਕਰ ਦਿੰਦਾ, ਉਸ ਦਿਨ ਤੋਂ 9 ਮਹੀਨੇ ਤਕਲੀਫਾਂ ਚੱਲਦੀ ਆ। ਉਦੋਂ ਬਾਅਦ ਚ ਬੱਚੇ ਨੂੰ ਪੈਦਾ ਕਰਨ ਲਈ ਤਕਲੀਫ ਚੱਲਦੀ ਆ, ਮਰਨ ਤੱਕ ਵੀ ਜਾਂਦੀ ਆ। ਵੀ ਭਾਵੇਂ ਉਹ ਕਈ ਲੋਕਾਂ ਦੀ, ਕਈ ਜਿਹੜੀ ਲੇਡੀਜ਼ ਉਹਨਾਂ ਦੀ ਮੌਤ ਵੀ ਹੋ ਜਾਂਦੀ, ਇੰਨਾ ਦਰਦ ਹੁੰਦਾ। ਉਹ ਜਦੋਂ ਬੱਚਾ ਪੈਦਾ ਹੋ ਜਾਂਦਾ, ਉਸ ਦਰਦ ਨੂੰ ਭੁੱਲ ਕੇ ਉਸ ਬੱਚੇ ਨੂੰ ਬਹੁਤ ਪਿਆਰ ਕਰਦੀ ਹੈ। ਔਰ ਜਦੋਂ ਬੱਚਾ ਕਿਤੇ ਬਾਥਰੂਮ ਕਰ ਦਿੰਦਾ, ਆਪ ਉਸ ਗਿੱਲੀ ਥਾਂ ਤੇ ਪੈ ਕੇ ਉਸ ਬੱਚੇ ਨੂੰ ਸੁੱਕੀ ਥਾਂ ਤੇ ਪਾਉਂਦੀ ਆ। ਔਰ ਤੋਂ ਥੋੜਾ ਜਿਹਾ ਵੱਡਾ ਹੋ ਜਾਂਦਾ, ਉਹਨੂੰ ਫਿਰ ਕੱਪੜੇ ਲੈ ਕੇ ਦੇ, ਉਹਦੀ ਹਰ ਇੱਕ ਚੀਜ਼, ਉਹਨੂੰ ਕਿਤੇ ਮਾੜੀ ਜਿਹੀ ਸੱਟ ਲੱਗਦੀ ਉਹਨੂੰ ਚੱਕਣਾ, ਥੱਲਣਾ, ਨੱਠ ਭੱਜ ਕਰਨੀ, ਇੰਨਾ ਪਿਆਰ। ਆਪ ਭੁੱਖੀਆਂ ਰਹਿ ਕੇ ਵੀ ਉਹਦੇ ਲਈ ਸਾਰਾ ਕੁਝ ਕਰਦੀ। ਔਰ ਬੱਚਾ ਜਦੋਂ 16-17 ਸਾਲ ਦਾ ਹੋ ਜਾਂਦਾ, ਉਹਦੇ ਲਈ ਚਾਹੇ ਬॉयਜ਼ ਆ ਚਾਹੇ ਗਰਲ ਆ, ਉਹਨੂੰ ਕੋਈ ਹੋਰ ਦੂਜਾ ਲੱਭ ਜਾਵੇ, ਬॉयਜ਼ ਜਾਂ ਗਰਲ, ਉਹ 2 ਮਹੀਨਿਆਂ ਦੇ 3 ਮਹੀਨਿਆਂ ਦੇ ਪਿਆਰ ਨੂੰ, ਸਾਰੇ ਪਿਆਰ ਨੂੰ ਭੁੱਲ ਜਾਂਦੇ ਵੀ ਸਾਡੀ ਮਾਂ ਨੇ, ਸਾਡੇ ਬਾਪ ਨੇ ਸਾਡੇ ਲਈ ਕੀ ਕੀਤਾ। ਨਹੀਂ ਜੀ, ਉਹ ਤਾਂ ਮੈਨੂੰ ਜਾਨੋਂ ਵੱਧ ਕੇ ਵੀ ਪਿਆਰ ਕਰਦਾ, ਉਹ ਤਾਂ ਮੇਰੇ ਲਈ ਜਾਨ ਦੇਣ ਨੂੰ ਤਿਆਰ ਆ, ਉਹ ਮੇਰੀ ਏਦਾਂ ਆ, ਮੇਰੇ ਏਦਾਂ। ਇਹ ਕਿਹੜਾ ਪਿਆਰ ਆ? ਉਹ ਆ ਜਿਹੜਾ ਮਾਂ ਬਾਪ ਨੇ ਤੁਹਾਡੇ ਲਈ ਪਿਆਰ ਕੀਤਾ, ਜਿਹੜਾ ਬਾਪ ਸਾਰਾ ਦਿਨ ਧੁੱਪ ਦੇ ਵਿੱਚ ਮਰਦਾ, ਗਰਮੀ 'ਚ ਮਰਦਾ ਆ, ਗਰਮੀ 'ਚ ਸਾਰਾ ਕੁਝ ਕਰਦਾ ਆ, ਉਹ ਪਿਆਰ ਨਹੀਂ। ਜੇ ਇਸ ਬਾਪ ਨੇ ਆਪ ਆਪਣੇ ਲਈ ਕਦੇ ਵਧੀਆ ਕਮੀਜ਼ ਨਹੀਂ ਲੈ ਗਈ, ਪਰ ਤੁਹਾਨੂੰ ਆਪਣੀ ਕਦੇ ਬਾਪ ਦੀ ਹੈ ਨਾ ਅੰਦਰਲੇ ਪਾਸੇ ਵਾਲੀ ਜਿਹੜੀ ਟੀ-ਸ਼ਰਟ ਆ, ਅੰਦਰਲੀ ਜਿਹੜੀ ਕਮੀਜ਼ ਆ, ਬਨੈਣ ਆ, ਉਹ ਕਦੇ ਖੋਲ ਕੇ ਦੇਖੋ ਵੀ ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਕਰਦਾ। ਤੇ ਉਹਦੀ ਅੰਦਰਲੀ ਆਪਣੀ ਭਾਵੇਂ ਪਾਰਟੀ ਹੋਵੇ, ਆਪਣੇ ਬੱਚਿਆਂ ਨੂੰ ਫਰੈਸ਼ ਨਵੀਂ ਲੈ ਕੇ ਦੇਣ ਦੀ ਕੁਦਰਤ ਰੱਖਦਾ। ਫਿਰ ਪਿਆਰ, ਉਹ ਪਿਆਰ ਕਿੱਥੇ ਆ ਜਿਹੜਾ ਅਸੀਂ 2 ਮਹੀਨਿਆਂ ਦੇ ਪਿਆਰ ਦੀ ਖਾਤਰ, ਨਹੀਂ ਅਸੀਂ ਤਾਂ ਘਰ ਛੱਡ ਜਾਵਾਂਗੇ, ਅਸੀਂ ਤਾਂ ਆਹ ਕਰ ਦੇਵਾਂਗੇ। ਅਸੀਂ ਅੱਜ ਦਾ ਪਿਆਰ, ਜਿਹੜਾ ਅੱਜ ਦੀ ਪ੍ਰੋਪਰ ਜਿਹੜੀ ਨੌਜਵਾਨ ਪੀੜ੍ਹੀ ਆ, ਉਹਦੇ ਲਈ ਇਹ ਪਿਆਰ ਆ। ਕਿ ਉਹ ਪਿਆਰ ਨਹੀਂ ਜਿਹੜਾ ਮਾਂ-ਬਾਪ ਸਾਨੂੰ ਦਿੰਦਾ, ਕਿ ਉਹ ਪਿਆਰ ਨਹੀਂ ਜਿਹੜੀ ਮਾਂ ਆਪ ਗਿੱਲੇ ਥਾਂ ਪਈ ਆ, ਤੁਹਾਨੂੰ ਸੁੱਕੇ ਥਾਂ ਪਾਇਆ ਸੀ, ਕਿ ਉਹ ਪਿਆਰ ਨਹੀਂ ਜਿਹੜਾ ਬਾਪ ਆਪ ਬਿਮਾਰ ਰਹਿ ਕੇ, ਦੁੱਖਾਂ ਦੇ ਵਿੱਚ, ਤਕਲੀਫਾਂ 'ਚ ਰਹਿ ਕੇ ਪੈਸੇ ਕਮਾ ਕੇ ਲਿਆ ਕੇ ਤੁਹਾਨੂੰ ਦਿੱਤਾ, ਤੁਹਾਡੀ ਖੁਸ਼ੀ, ਹਰ ਇੱਕ ਖੁਸ਼ੀ ਨੂੰ ਸਾਂਝਾ ਕੀਤਾ, ਉਹ ਤੁਹਾਡੀ ਖੁਸ਼ੀ ਤੁਹਾਨੂੰ ਦਿੱਤੀ। ਉਹ ਪਿਆਰ ਨਹੀਂ। ਪਰ ਉਹ ਪਿਆਰ ਨਹੀਂ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਸਾਡੀ ਖਾਤਰ ਕੀਤਾ, ਉਹਨੇ ਸਾਡੀ ਖਾਤਰ ਸੂਲੀ ਉੱਤੇ ਜਾਨ ਦਿੱਤੀ, ਉਹ ਪਿਆਰ ਨਹੀਂ। ਜਿਹੜਾ ਸਾਡੀ ਖਾਤਰ ਕੰਡਿਆਂ ਦਾ ਤਾਜ ਆਪਣੇ ਸਿਰ ਤੇ ਪਾ ਲਿਆ, ਉਹ ਪਿਆਰ ਨਹੀਂ ਸੀ। ਉਹ ਪਿਆਰ ਨਹੀਂ। ਸਾਡੀ ਖਾਤਰ 39 ਕੋੜੇ ਸਹਿ ਲਏ, ਉਹ ਪਿਆਰ ਨਹੀਂ ਸੀ। ਅਸੀਂ ਉਹ ਸਾਰੇ ਪਿਆਰ ਨੂੰ 1 ਸਕਿੰਟ 'ਚ ਭੁੱਲ ਜਾਂਦੇ ਹਾਂ। ਹਾਲਾਂਕਿ ਸਾਨੂੰ ਚਾਹੀਦਾ, ਸਾਡੀ ਸਾਰੀ ਦੁਨੀਆ, ਖੁਦਾਬੰਦ ਕਹਿੰਦਾ ਜਿਹੜਾ ਮੇਰੇ ਤੋਂ ਵੱਧ ਆਪਣੀ ਮਾਂ ਨੂੰ, ਆਪਣੇ ਭਰਾ ਬਾਪ ਨੂੰ, ਆਪਣੇ ਭੈਣਾਂ ਭਰਾਵਾਂ ਨੂੰ, ਬੱਚਿਆਂ ਨੂੰ ਪਿਆਰ ਕਰਦਾ, ਉਹ ਮੇਰਾ ਚੇਲਾ ਹੀ ਨਹੀਂ, ਮੇਰਾ ਕੱਖ ਵੀ ਨਹੀਂ ਲੱਗਦਾ। ਉਹ ਕਿਉਂ? ਕਿਉਂਕਿ ਮੇਰੇ ਤੋਂ ਵੱਧ ਉਹਨਾਂ ਨੂੰ ਪਿਆਰ ਕਰਦਾ। ਉਸ ਅਸੀਂ ਪਿਆਰ ਨੂੰ ਕਾਹਤੇ ਭੁੱਲ ਜਾਂਦੇ? ਜਿੱਦਾਂ ਅੱਜ ਦੀ ਨਿਊ ਜਨਰੇਸ਼ਨ ਹੈ ਜਿਹੜੀ ਆਪਣੇ ਮਾਂ-ਬਾਪ ਦੇ ਪਿਆਰ ਨੂੰ ਭੁੱਲ ਕੇ ਛੱਡ ਕੇ ਦੂਜਿਆਂ ਦੇ ਪਿੱਛੇ ਚੱਲ ਜਾਂਦੀ ਆ, ਬੜਾ ਦੁੱਖ ਲੱਗਦਾ ਸਾਨੂੰ। ਸਾਡੇ ਬੱਚੇ ਜੇ ਕਹਿਣ ਨਹੀਂ ਅਸੀਂ ਨਹੀਂ ਤਾਂ ਨਾ, ਅਸੀਂ ਤਾਂ ਉੱਥੇ ਜਾ ਕੇ ਉਹਨਾਂ ਵਿਆਹ ਕਰਾਉਣਾ, ਮੈਂ ਤਾਂ ਉਹਨਾਂ ਹੀ ਨਿਕਾਹ ਕਰਾਉਣਾ, ਚਾਹੇ ਉਹ ਮੁੰਡਾ ਚਾਹੇ ਕੁੜੀ, ਅਸੀਂ ਤਾਂ ਜੀ ਉੱਥੇ ਵਿਆਹ ਕਰਾਉਣਾ। ਬਹੁਤ ਸਾਰੇ ਮਸੀਹੀ ਲੋਕ ਇੰਡੀਆ, ਪੰਜਾਬ 'ਚ ਮੈਂ ਦੇਖਿਆ, ਮਜਬੂਰ ਹੋ ਕੇ ਗੈਰ ਕੌਮਾਂ ਦੇ ਵਿੱਚ ਆਪਣੇ ਬੱਚਿਆਂ ਦਾ ਵਿਆਹ ਕਰਦੇ ਆ। ਪਰ ਉਹਨਾਂ ਦਾ ਜਿਹੜਾ ਅੰਦਰੋਂ ਦਿਲ ਆ, ਜਲਿਆ ਹੁੰਦਾ, ਉਸ ਦਿਲ ਨੂੰ ਜਿਹੜਾ ਫਾੜੀਆਂ ਦੇ ਵਾਂਗੂ ਆਪਾਂ ਇੱਕ ਵੰਡਿਆ ਦਿਲ, ਆਪਾਂ ਉਹ ਦਿਲ ਦੁਖੀ ਹੁੰਦਾ। ਔਰ ਸਾਡਾ ਜਿਹੜਾ ਸਵਰਗੀ ਪਿਤਾ ਆ, ਉਹ ਵੀ ਏਦਾਂ ਹੀ ਦੁਖੀ ਹੁੰਦਾ ਜਦੋਂ ਅਸੀਂ ਕਿਸੇ ਦੂਜੇ ਨੂੰ ਜ਼ਿਆਦਾ ਪਿਆਰ ਕਰਦੇ ਹਾਂ। ਉਹ ਵੀ ਸਾਡੇ ਤੋਂ ਚਾਹੁੰਦਾ, ਉਹ ਸਾਡੇ ਤੋਂ ਹੋਰ ਕਿਸੇ ਚੀਜ਼ ਦੀ ਮੰਗ ਨਹੀਂ ਕਰਦਾ। ਉਹ ਸੰਤ ਮੱਤੀ ਆਪਣੇ ਜ਼ਿੰਦਗੀ ਦਾ ਤਜਰਬਾ ਹੈ, ਕਹਿੰਦਾ ਉਸਨੇ ਸਾਨੂੰ ਕਿਹਾ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਤਾਕਤ ਨਾਲ ਔਰ ਆਪਣੀ ਸਾਰੀ ਬੁੱਧ ਨਾਲ ਪਰਮੇਸ਼ਰ ਨੂੰ ਪਿਆਰ ਕਰ। ਸਾਡਾ ਪਿਆਰ ਕਿੱਥੇ ਟਿਕਿਆ? ਅਸੀਂ ਕਿਹਨੂੰ ਪਿਆਰ ਕਰਦੇ ਹਾਂ? ਕਿ ਇਹ ਸਾਡਾ ਪਿਆਰ ਆ ਕਿ ਅਸੀਂ ਮੀਟਿੰਗ ਵਿੱਚ ਆਏ ਆ, ਚੱਲਦਾ ਕਲਾਮ ਆ ਤੇ ਅਸੀਂ ਆਪਣੇ ਧੰਦੇ ਧੰਦਾਰਾਂ 'ਚ ਵੱਖਰੇ ਕੰਮਾਂ 'ਚ ਪਏ? ਇਹ ਪਿਆਰ ਆ? ਮੈਂ ਨਹੀਂ ਕਹਿੰਦਾ ਵੀ ਹੋ ਸਕਦਾ ਮੈਂ ਵੀ ਗਲਤ ਹੋਵਾਂ, ਹੋ ਸਕਦਾ ਅਸੀਂ ਆਪਣੇ ਮੀਟਿੰਗ, ਤੁਸੀਂ ਮੇਰੇ ਲਈ ਨਹੀਂ ਕਿਸੇ ਨੇ ਵੀ ਮੀਟਿੰਗ ਜੁਆਇਨ ਕੀਤੀ,
ਪਾਸਟਰ ਤਰਸੇਮ ਸਾਹਿਬ ਲਈ ਕਿਸੇ ਨੇ ਮੀਟਿੰਗ ਜੁਆਇਨ ਨਹੀਂ ਕੀਤੀ, ਪਾਸਟਰ ਸੈਮਸਨ ਸਾਹਿਬ ਲਈ ਕਿਸੇ ਨੇ ਮੀਟਿੰਗ ਨਹੀਂ ਜੁਆਇਨ ਕੀਤੀ। ਤੁਸੀਂ ਆਪਣੇ ਲਈ ਕੀਤੀ ਆ। ਇਹਦਾ ਬੈਨੀਫਿਟ ਤੁਹਾਨੂੰ ਆਪ ਆ। ਜਿਹੜੀ ਤੁਸੀਂ ਰੋਟੀ ਖਾਣੇ ਉਹਦਾ ਫਾਇਦਾ ਤੁਹਾਨੂੰ ਹੋਣਾ, ਸਾਨੂੰ ਨਹੀਂ ਹੁੰਦਾ। ਤੁਸੀਂ ਅੱਜ ਗੋਸ਼ਤ ਖਾਦਾ ਉਹਦਾ ਫਾਇਦਾ ਤੁਹਾਨੂੰ ਹੋਣਾ, ਮੈਨੂੰ ਨਹੀਂ ਹੋਣਾ। ਕਿਉਂ? ਕਿਉਂਕਿ ਅਸੀਂ ਜਦੋਂ ਖੁਦਾ ਦੀ ਸਿਖਾਈ ਹੋਈ ਦੁਆ ਕਰਦੇ ਅਸੀਂ ਕਹਿੰਦੇ ਆ ਖੁਦਾ ਸਾਨੂੰ ਰੋਜ਼ ਦੀ ਰੋਟੀ ਆ ਸਾਨੂੰ ਦੇ। ਪਰ ਜਦੋਂ ਖੁਦਾ ਸਾਨੂੰ ਰੋਟੀ ਦਿੰਦਾ ਅਸੀਂ ਰੋਟੀ ਤੋਂ ਪਿੱਛੇ ਹੁੰਦੇ ਆ, ਅਸੀਂ ਰੋਟੀ ਲੈਣ ਨਹੀਂ ਜਾਂਦੇ। ਜਦੋਂ ਰੋਟੀ ਖੁਦਾ ਸਾਨੂੰ ਦਿੰਦਾ ਅਸੀਂ ਰੋਟੀ ਉਦੋਂ ਲੈਂਦੇ ਨਹੀਂ। ਰੋਜ਼ ਉਹ ਤਾਂ ਸਾਨੂੰ ਰੋਟੀ ਦਿੰਦਾ। ਅੱਜ ਉਸ ਰੋਟੀ ਲਈ ਸੌਰੀ ਅਸੀਂ ਅੱਜ ਉਹਦੇ ਚਰਨਾਂ 'ਚ ਬੈਠੇ ਆ ਕਿ ਅਸੀਂ ਉਹਨੂੰ ਆਪਣੇ ਦਿਲੋਂ ਪਿਆਰ ਕਰਦੇ ਆ, ਕਿ ਆਪਣਾ ਦਿਲ ਅੱਜ ਵੀ ਆਪਣੇ ਬੱਚਿਆਂ ਦੇ ਵਿੱਚ, ਆਪਣੇ ਗੁਆਂਢੀਆਂ ਦੇ ਵਿੱਚ, ਆਪਣੇ ਉਹਨਾਂ ਦੇ ਵਿੱਚ, ਇਹਨਾਂ ਦੇ ਵਿੱਚ, ਸਾਰਿਆਂ ਦੇ ਵਿੱਚ ਫਸਿਆ ਆ। ਕਿਤੇ ਇਹ ਨਾ ਹੋਵੇ ਕਿ ਇੱਕ ਦਿਨ ਏਦਾਂ ਦਾ ਆਵੇ ਕਿ ਅਸੀਂ ਤਾਂ ਬਹੁਤ ਢੰਡੋਰਾ ਪਿੱਟਿਆ ਹੋਵੇ, ਅਸੀਂ ਬਹੁਤ ਪਿਆਰ ਕੀਤਾ, ਅਸੀਂ ਬਹੁਤ ਪਿਆਰ ਕੀਤਾ, ਅਸੀਂ ਬਹੁਤ ਪਿਆਰ ਕੀਤਾ, ਪਰ ਇਹ ਨਾ ਹੋਵੇ ਇੱਕ ਦਿਨ ਜਦੋਂ ਅਸੀਂ ਉਸ ਲਾਈਨ ਦੇ ਵਿੱਚ ਲੱਗੇ ਹੋਈਏ ਤਾਂ ਉਹ ਸਾਨੂੰ ਕਹੇ ਉਹ ਜਾਓ ਬਦਕਾਰੋ, ਮੈਂ ਨਹੀਂ ਉਹ ਤੁਹਾਨੂੰ ਜਾਣਦਾ। ਫਿਰ ਅਸੀਂ ਬਹੁਤ ਜਿਹੜਾ ਰੋਣਾ ਉੱਥੇ, ਬਹੁਤ ਕੀਰਨੇ ਪਾਉਣੇ ਆ, ਬਹੁਤ ਕਰਨਾਉਣਾ। ਨਹੀਂ ਪ੍ਰਭੂ ਅਸੀਂ ਤਾਂ ਤੇਰੇ ਨਾਂ ਤੇ ਭੂਤ ਕੱਢਤੇ ਆ, ਅਸੀਂ ਤਾਂ ਦੁਆਵਾਂ ਕੀਤੀਆਂ ਪ੍ਰਭੂ ਤੇਰੇ ਨਾਂ ਤੇ, ਮੁਰਦੇ ਜੀਂਦੇ ਕਰਤੇ ਆ, ਅਸੀਂ ਤਾਂ ਪ੍ਰਭੂ ਤੇਰੇ ਨਾਂ ਤੇ ਆਹ ਕਰਤਾ, ਅਸੀਂ ਤੇਰੇ ਨਾਂ ਤੇ ਆਹ ਕਰਤਾ, ਤੇਰੇ ਨਾਂ ਤੇ ਆਹ ਕਰਤਾ। ਪਰ ਉਹਨੇ ਕਿਹਾ ਨਹੀਂ, ਇਹ ਸਾਰਾ ਕੁਝ ਤੁਸੀਂ ਮੇਰਾ ਨਾਂ ਲੈ ਕੇ ਕੀਤਾ। ਤੁਸੀਂ ਆਪਣੇ ਕੋਲੋਂ ਕੀ ਕੀਤਾ? ਤੁਸੀਂ ਮੈਨੂੰ ਕਿੰਨਾ ਕੁ ਪਿਆਰ ਕੀਤਾ? ਇਹ ਸਾਰਾ ਤੁਸੀਂ ਆਪਣੀ ਫੋਕੀ ਸ਼ੌਹਰਤ ਲਈ, ਬਹੁਤੇ ਜਿਹੜੇ ਪਾਸਟਰ ਆਪਣੀ ਫੋਕੀ ਸ਼ੌਹਰਤ ਲਈ, ਫੋਕੀ ਦੌਲਤ ਲਈ, ਮੇਰੇ ਕੋਲ ਪੈਸਾ ਆਵੇ, ਮੇਰਾ ਨਾਂ ਹੋਵੇ, ਮੇਰਾ ਸਾਰਾ ਕੁਝ ਹੋਵੇ। ਅਸੀਂ ਅੱਜ ਆਪਣੀ ਦੌੜ ਦੇ ਵਿੱਚ ਪਏ ਹਾਂ। ਅਸੀਂ ਬਹੁਤ ਸਾਰੇ ਚਰਚਾਂ 'ਚ ਮੈਂ ਦੇਖਿਆ ਖੁਦਾ ਨੇ ਕੰਮ ਕੀਤਾ, ਕਿਸੇ ਦੀ ਜ਼ਿੰਦਗੀ 'ਚ ਗਵਾਹੀ ਬਣੀਆਂ। ਜੇ ਅਸੀਂ ਉਸ ਖਾਦਮ ਦਾ ਨਾਂ ਨਾ ਲਈਏ ਬਈ ਇਹਨੇ ਦੁਆ ਕੀਤੀ ਆ ਜੀ ਸਾਨੂੰ ਰੱਬ ਸਾਨੂੰ ਸ਼ਿਫਾ ਮਿਲ ਗਈ, ਇਦਾਂ ਵੀ ਨਹੀਂ ਕਹਣਾ। ਨਾ ਜੇ ਅਸੀਂ ਉਹਦਾ ਨਾਂ ਨਹੀਂ ਨਾ ਲਿਆ, ਜੇ ਅਸੀਂ ਕਹੀਏ ਸਾਨੂੰ ਦੁਆਵਾਂ ਹੋਈਆਂ, ਸਾਡੇ ਲਈ ਸ਼ਿਫਾ ਮਿਲ ਗਈ ਆ, ਉਸ ਖਾਦਮ ਦੇ ਕਰਕੇ ਸਾਨੂੰ ਸ਼ਿਫਾ ਮਿਲੀ ਆ, ਇਦਾਂ ਨਾ ਕਹੀਏ। ਉਹ ਖਾਦਮ ਦੂਜੀ ਵਾਰ ਸਾਨੂੰ ਕਹਿੰਦਾ ਸਾਡੀ ਚਰਚ ਨਾ ਆਇਓ ਭਾਈ, ਤੁਸੀਂ ਤਾਂ ਦੁਆ ਅਸੀਂ ਮਿਹਨਤ ਮੈਂ ਕਰਦਾ, ਦੁਆਵਾਂ ਮੈਂ ਕਰਦਾ, ਸਾਰਾ ਕੁਝ ਮੈਂ ਕਰਦਾ, ਤੁਸੀਂ ਗਵਾਹੀ ਦਿੱਤੀ ਆ, ਮੇਰਾ ਨਾਂ ਹੀ ਨਹੀਂ ਲਿਆ। ਇਹ ਪਿਆਰ ਆ, ਇਹ ਖੁਦਾ ਨਾਲ ਪਿਆਰ ਆ ਤੁਹਾਡਾ। ਅੱਜ ਕੱਲ ਸਾਡੇ ਸਾਰਿਆਂ ਦੇ ਹਾਲਾਤ ਕੁਝ ਇੰਜ ਦੇ ਹੀ ਆ। ਮੈਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਮੇਰੀ ਕਿਸੇ ਗੱਲ ਦਾ ਦੁੱਖ ਲੱਗੇ, ਜੇ ਕਿਸੇ ਨੂੰ ਬੁਰਾ ਲੱਗੇ, ਇਹਦੇ ਲਈ ਮੈਂ ਮਾਫੀ ਚਾਹੁੰਦਾ ਪਹਿਲਾਂ ਹੀ, ਕਿਉਂਕਿ ਮੈਨੂੰ ਜੋ ਖੁਦਾ ਦਾ ਕਲਾਮ ਕਹਿੰਦਾ ਮੈਂ ਉਹ ਬੋਲਣਾ ਹੀ ਆ, ਮੈਂ ਇਦਾਂ ਕਹਿਣਾ ਹੀ ਆ। ਜੋ ਖੁਦਾ ਕਹਿੰਦਾ ਇਦਾਂ ਮੈਂ ਦੱਸਣਾ ਸਾਰਿਆਂ ਨੂੰ, ਕਿਉਂਕਿ ਖੁਦਾ ਦਾ ਕਲਾਮ ਕਹਿੰਦਾ ਜਦੋਂ ਅਸੀਂ ਪੁਰਾਣੇ ਨੇਮ ਦੇ ਵਿੱਚ ਪੜ੍ਹਦੇ ਆ, ਉਹ ਕਹਿੰਦਾ ਤੂੰ ਜਿਹੜਾ ਬੰਦਾ ਆ ਉਹਨੂੰ ਜਾ ਕੇ ਉਹਦੀ ਸਾਰੀ ਗੱਲ ਦੱਸ। ਜੇ ਉਹਨੂੰ ਨਹੀਂ ਦੱਸਦਾ ਉਹਦੀ ਜਾਨ ਦਾ ਹਿਸਾਬ ਮੈਂ ਤੇਰੇ ਤੋਂ ਲੈਣਾ, ਔਰ ਜੇ ਉਹ ਬੁਰੇ ਕੰਮ ਕਰਦਾ ਉਹਨੂੰ ਤੂੰ ਨਹੀਂ ਉਠਾਉਂਦਾ ਉਹਦਾ ਹਿਸਾਬ ਮੈਂ ਤੇਰੇ ਤੋਂ ਲੈਣਾ। ਔਰ ਜੇ ਉਹ ਹਟ ਜਾਂਦਾ ਫਿਰ ਉਹਦਾ ਜਿਹੜਾ ਬੈਨੀਫਿਟ ਹੈ ਉਹਨੂੰ ਤਾਂ ਮਿਲਣਾ, ਤੈਨੂੰ ਵੀ ਮਿਲਣਾ। ਇਸ ਕਰਕੇ ਮੇਰਾ ਕੰਮ ਹੈ ਮੈਂ ਤੁਹਾਨੂੰ ਸਾਫ਼ ਦੱਸਣਾ ਖੁਦਾ ਦਾ ਕਲਾਮ ਕੀ ਕਹਿੰਦਾ। ਉਹ ਕਹਿੰਦਾ ਪੂਰੇ ਦਿਲ ਨਾਲ ਪਿਆਰ ਕਰ। ਅਸੀਂ ਦਿਲ ਬਹੁਤ ਸਾਰੀ ਜਗ੍ਹਾ ਤੇ ਖਿਲਾਰ ਕੇ ਬੈਠੇ ਹਾਂ। ਸਾਨੂੰ ਚਾਹੀਦਾ ਕਿ ਜਿਹੜਾ ਦਿਲ ਆ, ਹਾਂ ਇਹ ਮੈਂ ਨਹੀਂ ਕਹਿੰਦਾ ਆਪਣੇ ਬੱਚਿਆਂ ਨੂੰ ਪਿਆਰ ਨਾ ਕਰੋ, ਮੈਂ ਨਹੀਂ ਕਹਿੰਦਾ ਆਪਣੇ ਮਾਂ-ਬਾਪ ਨੂੰ ਪਿਆਰ ਨਾ ਕਰੋ, ਨਹੀਂ ਉਹਨਾਂ ਨਾਲ ਲੜ ਪਓ, ਉਹਨਾਂ ਨੂੰ ਦੁਆ ਕਰੋ, ਨਹੀਂ। ਪਰ ਇਹ ਆ ਬੱਚਿਆਂ ਦਾ ਪਿਆਰ ਇੱਕ ਹੋਰ ਜਗ੍ਹਾ। ਹਾਂ ਜਿੱਦਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆ, ਸਾਡਾ ਆਪਣੀ ਬੇਟੀ ਨਾਲ ਪਿਆਰ ਹੋਰ ਤਰੀਕੇ ਦਾ ਆ, ਆਪਣੇ ਬੇਟੇ ਨਾਲ ਪਿਆਰ ਹੋਰ ਤਰੀਕੇ ਦਾ, ਆਪਣੀ ਅੰਮੀ ਨਾਲ ਪਿਆਰ ਹੋਰ ਤਰੀਕੇ ਦਾ, ਆਪਣੇ ਹਸਬੈਂਡ ਵਾਈਫ ਦਾ ਪਿਆਰ ਹੋਰ ਤਰੀਕੇ ਦਾ, ਆਪਣੇ ਪਾਸਟਰਾਂ ਨਾਲ ਪਿਆਰ ਹੋਰ ਤਰੀਕੇ ਦਾ। ਹਰ ਇੱਕ ਜਗ੍ਹਾ ਦੇ ਆਪਣਾ ਪਿਆਰ ਆ। ਪਰ ਜਿਹੜਾ ਅਸਲੀ ਪਿਆਰ ਆ ਉਹ ਸਾਡਾ ਖੁਦਾਬੰਦ ਪ੍ਰਭੂ ਯਿਸੂ ਮਸੀਹ ਦੇ ਨਾਲ ਹੋਣਾ ਚਾਹੀਦਾ, ਕਿਉਂਕਿ ਉਹ ਕਹਿੰਦਾ ਆਪਣੇ ਪੂਰੇ ਦਿਲ ਨਾਲ ਆਪਣਾ ਪਿਆਰ ਕਰ। ਸਾਡੇ ਇਸ ਪਿਆਰ ਦੇ ਕਰਕੇ ਸਾਡੀ ਬੇਟੀ ਮੁਕੱਦਸ ਨੇ ਜਦੋਂ ਅਸੀਂ ਹਸਪੀਟਲ ਸੀ ਸਾਨੂੰ ਫੋਨ ਕੀਤਾ, ਬਹੁਤ ਸਾਰੇ ਪਾਸਟਰਾਂ ਦੇ ਮੈਨੂੰ ਫੋਨ ਆਏ, ਬਹੁਤ ਸਾਰੇ ਬਲੀਵਰਾਂ ਦੇ ਸਿਸਟਰਾਂ ਦੇ ਬ੍ਰਦਰਾਂ ਦੇ ਫੋਨ ਆਏ, ਪਾਸਟਰ ਕਿੱਦਾਂ ਹੈ, ਪਾਸਟਰ ਕਿੱਦਾਂ। ਇਹ ਹੈਗਾ ਸਾਡਾ ਦੁਨੀਆ ਦਾ ਪਿਆਰ। ਮੈਂ ਨਹੀਂ ਕਹਿੰਦਾ ਵੀ ਨਹੀਂ ਕਰਨਾ ਚਾਹੀਦਾ, ਵੀ ਕਰਨਾ ਚਾਹੀਦਾ, ਪਰ ਜਿਹੜਾ ਸਾਡਾ ਮੇਨ ਫੋਕਸ ਆ, ਜਿਹੜਾ ਮੇਨ ਪਿਆਰ ਆ, ਉਹ ਸਾਡਾ ਸਾਰਾ ਉਹਦੇ ਵੱਲ ਹੋਣਾ ਚਾਹੀਦਾ, ਉਹਦੇ ਲਾਇਕ ਹੋਣਾ ਚਾਹੀਦਾ ਸੀ। ਜੇ ਅੱਜ ਪਾਸਟਰ ਤਰਸੇਮ ਸਾਹਿਬ ਨੇ ਮੈਨੂੰ ਕਿਹਾ ਵੀ ਮੈਂ ਕਿਹਾ ਜੀ, ਕਹਿੰਦੇ ਫਿਰ ਅੱਜ ਟਾਈ, ਮੈਂ ਟਾਈ ਤੁਸੀਂ ਲਾ ਲਓ ਤਾਂ ਵਧੀਆ, ਕਹਿੰਦੇ ਨਹੀਂ ਲਾ ਲਓ,
ਅੱਜ ਤੁਹਾਡੀਆਂ ਪਿੱਛੇ ਬਹੁਤ ਸਾਰੀਆਂ ਐਬਸੈਂਟਾਂ ਲੱਗੀਆਂ, ਅੱਜ ਪੂਰੀਆਂ ਕਰ ਲਈਆਂ। ਮੈਂ ਚਲੋ ਕਰ ਲਓ ਪੂਰੀ, ਕੋਈ ਨਹੀਂ, ਖੁਦਾ ਜੋ ਵੀ ਕਹੂਗਾ ਅੱਜ ਪੂਰਾ ਕਰਾਂਗੇ। ਇਹ ਖੁਦਾ ਦੀ ਮੁਹੱਬਤ ਆ। ਜੇ ਅਸੀਂ ਅੱਜ ਉਹਦੇ ਚਰਨਾਂ 'ਚ ਬੈਠੇ ਆ ਔਰ ਖੁਦਾ ਮੇਰੇ ਨਾਲ ਪਿਆਰ ਕਰਦਾ, ਮੈਨੂੰ ਪਤਾ ਇਸ ਗੱਲ ਨੂੰ, ਮੇਰੇ ਨਾਲ ਖੁਦਾ ਪਿਆਰ ਕਰਦਾ, ਇਸ ਕਰਕੇ ਮੈਨੂੰ ਇਸਤੇਮਾਲ ਕਰਦਾ। ਮੇਰੇ 'ਚ ਕੋਈ ਲਿਆਕਤ ਨਹੀਂ, ਮੇਰੇ 'ਚ ਕੋਈ ਖੂਬੀ ਨਹੀਂ, ਔਰ ਮੇਰੀ ਕੋਈ ਤਿਆਰੀ ਨਹੀਂ ਵੀ ਮੈਂ ਖੁਦਾ ਦੇ ਕਲਾਮ ਨੂੰ ਬਿਆਨ ਕਰ ਸਕਦਾ। ਮੈਂ ਤਾਂ ਜ਼ੀਰੋ ਆ, ਮਿੱਟੀ ਆ, ਮੈਂ ਤਾਂ ਤੁਹਾਡੇ ਸਾਰਿਆਂ ਦੇ ਚਰਨਾਂ ਦੀ ਧੂੜ ਆ, ਤੁਹਾਡੀ ਮਿੱਟੀ ਵਰਗਾ ਵੀ ਨਹੀਂ ਆ, ਮੈਂ ਨਹੀਂ ਕੁਛ ਵੀ ਕਰ ਸਕਦਾ। ਇਹ ਖੁਦਾ ਦਾ ਪਿਆਰ ਆ ਜਿਹੜਾ ਮੇਰੇ ਵਿੱਚ ਦੀ ਹੋ ਕੇ ਸਾਡੇ ਸਾਰਿਆਂ ਨਾਲ ਗੱਲਬਾਤ ਕਰਦਾ। ਔਰ ਜਦੋਂ ਪਾਸਟਰ ਸੈਮਸਨ ਸਾਹਿਬ ਦੁਆ ਕਰਦੇ ਆ, ਖੁਦਾ ਦਾ ਦਾਸ ਜਿੰਨਾ ਚਿਰ ਬੋਲਦਾ ਰਵੇ ਔਰ ਖੁਦਾ ਆਪਣਾ ਮਕਾਸ਼ ਰੂਪੀ ਆਕਾਸ਼ ਉਹਨਾਂ ਤੇ ਖੁੱਲਾ ਰੱਖੀ। ਔਰ ਮੈਂ ਬਹੁਤ ਇਹਨਾਂ ਦੀ ਵੀ ਰਿਸਪੈਕਟ ਕਰਦਾ, ਔਰ ਜਿਹੜੇ ਸਾਨੂੰ ਹਮੇਸ਼ਾ ਖੁਦਾ ਦੇ ਨਾਲ ਜੋੜ ਕੇ ਰੱਖਦੇ ਆ ਔਰ ਉਸ ਪਿਆਰ ਨੂੰ ਬਣਾ ਕੇ ਰੱਖਦੇ ਆ ਕਿ ਅਸੀਂ ਖੁਦਾ ਦੇ ਨਾਲ ਪਿਆਰ ਬਣਾ ਕੇ ਰੱਖੀਏ। ਅਸੀਂ ਉਸ ਪਿਆਰ ਨੂੰ ਯਾਦ ਰੱਖੀਏ ਜਿਹੜਾ ਖੁਦਾ ਨੇ, ਪਰਮੇਸ਼ਰ ਨੇ ਲਿਖਿਆ, ਜਿਹੜੀ ਗੋਲਡਨ ਵਰਸ ਆ ਉਹਦੇ ਵਿੱਚ ਲਿਖਿਆ, ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ। ਉਸ ਪਿਆਰ ਨੂੰ ਜਦੋਂ ਅਸੀਂ ਅੱਗੇ ਦੇਖਦੇ ਆ, ਅਬਰਾਹਮ ਨੇ ਵੀ ਸੇਮ ਇਹੀ ਕੁਝ ਕੀਤਾ। ਅਬਰਾਹਮ ਨੂੰ ਕਿਹਾ ਪਰਮੇਸ਼ਰ ਨੇ, ਕਹਿੰਦਾ ਜੈ ਅਬਰਾਹਮ, ਤੈਨੂੰ ਪਹਿਲਾਂ ਤਾਂ ਉਹਦੇ ਔਲਾਦ ਹੀ ਨਹੀਂ ਸੀ, ਉਹ ਵਿਚਾਰੇ ਦੇ 90 ਸਾਲਾਂ ਦੇ ਵਿੱਚ ਜਾ ਕੇ 99 ਸਾਲਾਂ 'ਚ ਔਲਾਦ ਹੋਈ। ਜਦੋਂ ਉਹਦੇ ਔਲਾਦ ਹੋਈ ਔਰ ਉਹਨੂੰ ਕਿਹਾ, ਇਹ ਜਿਹੜਾ ਤੇਰਾ, ਜਿਹਨੂੰ ਤੂੰ ਬਹੁਤ ਜ਼ਿਆਦਾ ਪਿਆਰ ਕਰਦਾ ਨਾ, ਚੱਲ ਇਹਦੀ ਕੁਰਬਾਨੀ ਦੇ। ਜੇ ਅੱਜ ਅਸੀਂ ਹੁੰਦੇ ਅਸੀਂ ਕਹਿੰਦੇ ਚੱਲ ਭਰਾ ਤੂੰ ਆਪਣਾ ਕੰਮ ਕਰ, ਮੈਂ ਨਹੀਂ ਰੱਬ ਨੂੰ ਮੰਨਣਾ, ਰੱਬ ਨੂੰ ਕਿਤੇ ਹੋਰ ਨੂੰ ਮੰਨ ਲਵਾਂਗੇ। ਅਸੀਂ ਮਸੀ ਤਾਂ ਸਾਨੂੰ ਇਹ ਬੇਟਾ ਮਿਲਿਆ, ਅਸੀਂ ਉਹਨੂੰ ਗਵਾ ਥੋੜੀ ਦੇਣਾ, ਅਸੀਂ ਨਹੀਂ ਸੀ ਉਹ ਜਾਣਾ। ਬਹੁਤ ਸਾਰੇ ਲੋਕ ਅੱਜ ਦੇ 95% ਲੋਕ ਇਦਾਂ ਦੇ ਜਿਨ੍ਹਾਂ ਦੇ ਖਿਆਲ ਅੱਜ ਵੀ ਇਦਾਂ ਦੇ, ਉਹ ਨਹੀਂ ਜਾਣਾ ਸੀ। ਕਿਉਂਕਿ ਅਬਰਾਹਮ ਸਿਰਫ ਇਸ ਗੱਲ ਹੁੰਦੀ, ਜਿਹੜੇ ਖੁਦਾ ਨੇ ਸਾਨੂੰ ਦਿੱਤਾ ਹੈ ਨਾ, ਉਹ ਇਹਨੂੰ ਬਰਕਰਾਰ ਕਿਵੇਂ ਰੱਖੂਗਾ। ਜਿੱਦਾਂ ਉਹਨੇ ਜਦੋਂ ਉਹ ਪਹਾੜੀ ਚੜ੍ਹਨ ਲੱਗੇ ਤੇ ਉਹਨੇ ਕਿਹਾ ਆਪਣੇ ਨਾਲ ਦੇ ਜਿਹੜੇ ਉਹਦੇ ਨਾਲ ਕਾਮੇ ਸੀਗੇ, ਉਹਨਾਂ ਨੂੰ ਕਿਹਾ, ਮੈਂ ਔਰ ਮੇਰਾ ਬੇਟਾ ਅਸੀਂ ਜਾ ਰਹੇ ਹਾਂ, ਉੱਥੇ ਅਸੀਂ ਜਾ ਕੇ ਚੜਾਵਾ ਚੜਾਵਾਂਗੇ, ਕੁਰਬਾਨੀ ਚੜਾਵਾਂਗੇ, ਔਰ ਦੋਨੇ ਜਣੇ ਵਾਪਸ